ਬੌਸ ਜੀ ਪਨੀਰੀ ਦੀ ਇੱਕ ਕਿਆਰੀ ਤੇ ਦੂਸਰੀ ਕਿਆਰੀ ਨੂੰ ਪਾਣੀ ਲਾਉਣਾ ਚਾਹੀਦਾ? ਬਿਲਕੁਲ ਨਹੀਂ ਲਾਣਾ ਚਾਹੀਦਾ। ਮੈਂ ਤੁਹਾਨੂੰ ਅੱਜ ਇਹ ਚੀਜ਼ ਸਮਝਾਣਾ, ਇਹ ਹੀ ਤਾਂ ਉਹ ਮਸਲਾ ਹੈ ਜਿਹਦੇ ਵਿੱਚ ਬੜੇ ਆ ਜਿਹੜੇ 3-3 400 ਦਾ ਕਿਲੋ 1847 ਵੇਚ ਕੇ ਤੇ ਜ਼ਿਮੀਂਦਾਰਾਂ ਦੇ ਮੂੰਹ ਤੇ ਜੁੱਤੀਆਂ ਪਾ ਮਾਰਦੇ ਨੇ। ਇਹ ਉਹੀ ਮਸਲਾ, ਲੇਕਿਨ ਮੈਂ ਜ਼ਿਮੀਂਦਾਰਾਂ ਨੂੰ ਸਾਰਾ ਕੁਝ ਇਨਸ਼ਾ ਤਾਲਾ ਸਿਖਾ ਦਿਆਂਗਾ। ਇੱਕ ਕਿਆਰੀ ਤੋਂ ਦੂਜੀ ਕਿਆਰੀ ਨੂੰ ਪਾਣੀ ਹਰਗਿਜ਼ ਨਹੀਂ ਲਾਉਣਾ ਪਨੀਰੀ ਦਾ। ਉਹਦੀ ਵਜ੍ਹਾ ਇਹ ਆ ਕਿ ਇੱਕ ਕਿਆਰੀ ਦੇ ਵਿੱਚੋਂ ਜਿਹੜਾ ਬੀਜ ਹੁੰਦਾ ਹੈ ਨਾ, ਉਹ ਦੂਸਰੀ ਕਿਆਰੀ ਦੇ ਵਿੱਚ ਪਾਣੀ ਨਾਲ ਮੂਵ ਕਰ ਜਾਂਦਾ ਹੈ, ਦੂਸਰੀ ਕਿਆਰੀ 'ਚ ਪਹੁੰਚ ਜਾਂਦਾ ਹੈ। ਕਈ ਲੋਕਾਂ ਨੇ ਇਹ ਗੱਲ ਨਹੀਂ ਮੰਨਣੀ, ਕਿਉਂਕਿ ਛੋਟੇ ਦਿਮਾਗਾਂ ਦੇ ਲੋਕ ਜਿਹੜੇ ਨੇ ਇਹ ਗੱਲਾਂ ਨਹੀਂ ਮੰਨਦੇ। ਬਹਰਹਾਲ ਤੁਹਾਨੂੰ ਮੈਂ ਦਿਖਾ ਦਿੰਨਾ, ਆਓ ਦੇਖ ਲਵੋ। ਇਹ ਦੇਖੋ, ਉਹ ਪਨੀਰੀ 1847 ਦੀ ਪਨੀਰੀ ਜਿਹੜੀ ਨਾ ਕਾਸ਼ਤ ਹੋਈ ਏ, ਉਹ ਤਕਰੀਬਨ ਕੋਈ 15 ਦਿਨਾਂ ਦੀ ਪਨੀਰੀ ਏ। ਇਹ ਦੇਖੋ, ਇਹ ਪੌਦੇ ਜਿਹੜਾ ਨਾ ਉਸ ਪਨੀਰੀ ਦੇ ਇੱਧਰ ਆ ਚੁੱਕੇ ਨੇ। ਇਹ ਉਸ ਪਨੀਰੀ ਦੇ ਵਿੱਚੋਂ ਇਸ ਪਨੀਰੀ ਨੂੰ ਪਾਣੀ ਲਾਇਆ ਗਿਆ ਹੈ ਤੇ ਇਹ ਪੌਦੇ ਤੁਸੀਂ ਦੇਖ ਲਵੋ ਉਸ ਪਨੀਰੀ ਦੇ ਇਸ ਪਨੀਰੀ ਦੇ ਵਿੱਚ ਆ ਚੁੱਕੇ ਨੇ। ਹੁਣ ਅਗਰ ਅਸੀਂ ਛੋਟਾ ਜਿਹਾ ਅੰਦਾਜ਼ਾ ਲਾਣੇ ਆ ਕਿ ਤਕਰੀਬਨ 1.5-2 ਮਰਲੇ ਜਗ੍ਹਾ ਹੈ, ਇਹਦੇ ਵਿੱਚ ਜਿਹੜਾ ਨਾ ਅਗਰ ਤੁਹਾਨੂੰ ਪਲਾਂਟ ਨਜ਼ਰ ਵੀ ਆ ਰਹੇ ਨੇ, ਇਹ ਅਗਰ 60-70 ਪਲਾਂਟ ਵੀ ਹੋਣ ਤੇ ਆਇਆ ਇਹ ਜਿਹੜੇ 60-70 ਪਲਾਂਟ ਨੇ, ਇਹਨਾਂ ਨੂੰ 60-70 ਮੁੰਜਰਾਂ ਇਹਨਾਂ ਕੱਢਣੀਆਂ। 60-70 ਮੁੰਜਰ ਦਾ ਮਤਲਬ ਕੀ, ਇੱਕ ਮੁੰਜਰ ਦੇ ਵਿੱਚ ਦਾਣੇ ਦੀ ਤਾਦਾਦ ਵੇਖ ਲਵੋ। ਤੁਹਾਡਾ ਕੀ ਖਿਆਲ ਹੈ, ਬੀਜ ਪਿਓਰ ਰਹਿ ਜਾਏਗਾ? ਇਹ ਬੀਜ ਪਿਓਰ ਨਹੀਂ ਰਹਿ ਸਕਦਾ। ਇਹਦਾ ਮਤਲਬ ਇਹ ਆ ਕਿ ਅਸੀਂ ਬੀਜ ਦੀ ਪਿਓਰਿਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਤਿਆਤ ਕਰਨੀ ਹੈ। ਖਾਸ ਤੌਰ ਤੇ ਉਹ ਜਿਹੜਾ ਬੀਜ ਅਸੀਂ ਜਿਹੜਾ ਲਾਣਾ ਹੈ, ਜਿਹਨੂੰ ਅਸੀਂ ਅਗਲੇ ਸਾਲ ਲਈ ਇਸਤੇਮਾਲ ਕਰਨਾ ਹੈ, ਜਿਹਨੂੰ ਫਸਲ ਦੇ ਤੌਰ ਤੇ ਵੇਚ ਦੇਣਾ ਹੈ, ਉਹਦਾ ਚਲੋ ਫਿਰ ਵੀ ਗੁਜ਼ਾਰਾ ਹੋ ਜਾਂਦਾ ਹੈ। ਲੇਕਿਨ ਜਿਹਨੂੰ ਅਸੀਂ ਬੀਜ ਦੇ ਤੌਰ ਤੇ ਕਾਸ਼ ਕਰਨਾ ਹੈ ਔਰ ਅਗਲੇ ਸਾਲ ਅਸੀਂ ਉਹਨੂੰ ਬੀਜ ਤਿਆਰ ਕਰਕੇ ਅਗਲੇ ਦਫਾ ਫਸਲ ਲਾਣੀ ਹੈ, ਉਹਦੇ ਵਿੱਚ ਇਹ ਗਲਤੀ ਹਰਗਜ਼ ਨਹੀਂ ਕਰਨੀ। ਹੁਣ ਇਹਦੇ ਵਿੱਚ ਪਤਾ ਤਾਂ ਲੱਗ ਗਿਆ ਹੈ ਕਿ ਕਿਉਂਕਿ ਫ਼ਰਕ ਬੜਾ ਹੈ, ਵੱਡੇ ਪੌਦੇ ਨੇ ਨਜ਼ਰ ਆ ਰਹੇ ਨੇ, ਲੇਕਿਨ ਅਗਰ ਨਾ ਪਤਾ ਲੱਗੇ ਤੇ ਫਿਰ ਕਿਵੇਂ ਨਹੀਂ ਪਤਾ ਲੱਗਣਾ ਅਗਰ ਇੱਕੋ ਜਿਹੇ ਪੌਦੇ ਹੋਣ। ਤੇ ਮੈਂ ਇਹ ਜਾਣ ਬੁੱਝ ਕੇ ਕੀਤਾ ਹੈ, ਮੈਨੂੰ ਇਹ ਪਤਾ ਸੀ ਇਸ ਚੀਜ਼ ਦਾ, ਲੇਕਿਨ ਮੈਂ ਜਾਣ ਬੁੱਝ ਕੇ ਤੁਹਾਨੂੰ ਦਿਖਾਉਣ ਲਈ ਮੈਂ ਮੁੰਡਿਆਂ ਨੂੰ ਨਹੀਂ ਕਿਹਾ ਕਿ ਤੁਸੀਂ ਜਿਹੜਾ ਨਾ ਇੱਕ ਕਿਆਰੀ ਤੋਂ ਦੂਜੀ 'ਚ ਪਾਣੀ ਨਾ ਲਾਓ। ਇਹ ਤੁਹਾਨੂੰ ਸਿਰਫ ਦਿਖਾਉਣ ਲਈ ਕਿ ਇਹ ਚੀਜ਼ਾਂ ਨੇ ਜਿੰਨੀ ਦੇਰ ਤੱਕ ਦਿਖਾਈਏ ਨਾ ਕਿਸਾਨ ਸਾਡਾ ਮਾਸ਼ਾਅੱਲਾ ਇੰਨਾ ਜ਼ਿਆਦਾ ਅਮਲ ਕਰਦਾ ਗੱਲਾਂ ਤੇ ਕਿ ਜਿੰਨੀ ਦੇਰ ਤੱਕ ਸਾਬਤ ਕਰਕੇ ਦਿਖਾ ਕੇ ਰੋਈਏ ਪਿਟੀਏ ਨਾ ਉਨੀ ਦੇਰ ਤੱਕ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦਾ। ਤੇ ਬਹਰਹਾਲ ਅਮਲ ਸ਼ੁਰੂ ਕਰ ਦਿਓ, ਚੰਗੇ ਰਹੋਗੇ। ਮੈਂ ਤੁਹਾਡੇ ਲਈ ਹਰ ਮੁਮਕਿਨ ਕੋਸ਼ਿਸ਼ ਕਰਨਾ ਪਿਆ ਕਿ ਤੁਹਾਨੂੰ ਇਹ ਚੀਜ਼ਾਂ ਸਮਝਾਵਾਂ, ਸਿਖਾਵਾਂ, ਤਾਂ ਕਿ ਤੁਸੀਂ ਹਰ ਸਾਲ ਕੰਪਨੀਆਂ ਨੂੰ ਤੇ ਮੁਖਤਲਿਫ ਬੀਜ ਵੇਚਣ ਵਾਲੇ ਲੋਕਾਂ ਨੂੰ ਪੈਸੇ ਨਾ ਭਰੋ। ਇਹ ਤੁਸੀਂ ਖੁਦ ਚੀਜ਼ਾਂ ਤਿਆਰ ਕਰ ਲਵੋ। ਅਗਰ ਤੁਸੀਂ ਬੀਜ ਨੂੰ ਖਾਲਸ ਤਿਆਰ ਕਰਨ ਦੇ ਤਰੀਕੇਕਾਰ ਦੇ ਉੱਤੇ ਅਮਲ ਕਰੋ ਤੇ ਇਨਸ਼ਾ ਤਾਲਾ ਤੁਸੀਂ 20 ਸਾਲ ਵੀ ਬੀਜ ਨੂੰ ਚਲਾਈ ਜਾਓ, ਕੋਈ ਮਸਲਾ ਨਹੀਂ ਹੈਗਾ। ਬੀਜ ਕਦੀ ਪੁਰਾਣਾ ਨਹੀਂ ਹੁੰਦਾ। ਬੀਜ ਉਦੋਂ ਹੀ ਗੰਦਾ ਤੇ ਪੁਰਾਣਾ ਹੁੰਦਾ ਹੈ ਜਦੋਂ ਬੀਜ ਦੇ ਵਿੱਚ ਇੰਪਿਓਰਿਟੀ ਆ ਜਾਂਦੀ, ਯਾਨੀ ਅਦਰ ਵੈਰਾਈਟੀ ਆ ਜਾਂਦੀ ਹੈ ਜਾਂ ਕੋਈ ਹੋਰ ਬੀਜ ਉੱਗ ਆਉਂਦਾ ਹੈ। ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।